ਸਭ ਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ ਡਿਪਟੀ ਰੇਂਜਰ ਦਾ ਜੋ 26 ਤਰੀਕ ਨੂੰ PSSB ਵੱਲੋਂ ਐਗਜ਼ਾਮ ਕੰਡਕਟ ਕੀਤਾ ਗਿਆ ਉਹਦੀ ਇੰਗਲਿਸ਼ ਡਿਸਕਸ ਕਰਾਂਗੇ। ਮੇਜਰਲੀ ਇਸ ਪੇਪਰ 'ਚ ਸਾਇੰਸ ਨੇ ਡੋਮੀਨੇਟ ਕੀਤਾ ਤੇ ਕੁਝ 25 ਤੋਂ 30 ਨੰਬਰ ਦਾ ਕਾਮਨ ਸਿਲੇਬਸ ਆਇਆ, ਜਿਹਦੇ ਵਿੱਚੋਂ 5 ਨੰਬਰ ਦੀ ਇੰਗਲਿਸ਼ ਆਈ ਹੈ। ਇੰਗਲਿਸ਼ ਦਾ ਡਿਟੇਲਡ ਐਨਾਲਿਸਿਸ ਕਰਾਂਗੇ ਤਾਂ ਕਿ ਤੁਸੀਂ ਆਉਣ ਵਾਲੇ PSSB ਦੇ ਐਗਜ਼ਾਮ ਦੇ ਵਿੱਚ ਬੈਟਰ ਪਰਫਾਰਮ ਕਰ ਪਾਓ। ਜਿਵੇਂ ਕਿ ਕਲਰਕ ਹੋ ਗਿਆ, ਐਕਸਾਈਜ਼ ਹੋ ਗਿਆ, ਤਾਂ ਤੁਹਾਨੂੰ ਪਤਾ ਲੱਗੂਗਾ ਕਿ PSSB ਜਿਹੜਾ ਐਗਜ਼ਾਮੀਨਰ ਹੈ ਉਹ ਕਿਸ ਤਰੀਕੇ ਦੇ ਕੁਐਸਚਨਸ ਨੂੰ ਪੁੱਛ ਰਿਹਾ ਹੈ ਇਸ ਸਾਲ। ਤੇ ਜਿਹੜੇ ਸਟੂਡੈਂਟ ਜ਼ੀਰੋ ਤੋਂ ਇੰਗਲਿਸ਼ ਸਿੱਖਣਾ ਚਾਹੁੰਦੇ ਨੇ ਜੀ, ਉਹ ਇਲੈਕਟ੍ਰਿਕ ਇੰਗਲਿਸ਼ ਐਪ ਤੇ ਡਾਊਨਲੋਡ ਕਰਕੇ ਜਾਂ ਫਿਰ ਸਾਡੀ ਵੈਬਸਾਈਟ ਤੇ ਵਿਜ਼ਿਟ ਕਰਕੇ www.electricenglish.in ਨੂੰ ਵਿਜ਼ਿਟ ਕਰਕੇ ਮੰਜ਼ਿਲ ਬੈਚ ਨੂੰ ਜੁਆਇਨ ਕਰ ਸਕਦੇ ਨੇ। ਬਿਲਕੁਲ ਜ਼ੀਰੋ ਤੋਂ ਲੈ ਕੇ ਐਗਜ਼ਾਮੀਨਰ ਲੈਵਲ ਤੱਕ, ਐਗਜ਼ਾਮ ਲੈਵਲ ਤੱਕ ਪੜ੍ਹਾ ਰਹੇ ਹਾਂ ਜੀ। ਐਂਡ ਜਿਹੜੇ ਸਟੂਡੈਂਟਸ ਕੋਲ ਹਜੇ ਵੀ ਕੋਈ ਰੈਲੇਵੈਂਟ ਪ੍ਰੈਕਟਿਸ ਨਹੀਂ ਹੈਗਾ ਪ੍ਰੈਕਟਿਸ ਕਰਨ ਵਾਸਤੇ, ਤਾਂ ਦਿਸ ਇਜ਼ ਦਾ ਬੈਸਟ ਫॉर ਯੂ। ਹਜੇ ਐਕਸਾਈਜ਼ ਵਾਸਤੇ 2 ਮਹੀਨੇ ਪਏ ਨੇ ਜੀ, ਬੜੇ ਆਰਾਮ ਨਾਲ ਆਪਾਂ ਕਰ ਸਕਦੇ ਹਾਂ। ਤੇ ਅੰਡਰ ਐਸਟੀਮੇਟ ਨਾ ਕਰਿਓ ਵੀ ਮੇਰੇ ਤੋਂ ਹੋਊਗਾ ਨਹੀਂ ਹੋਊਗਾ, ਇੱਕ ਵਾਰ ਸ਼ੁਰੂ ਕਰ ਦਿਓ ਬਸ ਤੁਸੀਂ, ਜਿੱਥੋਂ ਵੀ ਕਰੋ, ਹੈ ਨਾ। ਚਲੋ ਐਨੀਵੇ ਪਹਿਲਾ ਕੁਐਸਚਨ ਦੇਖਦੇ ਹਾਂ ਜੀ। ਪਹਿਲਾ ਕੁਐਸਚਨ ਕੀ ਹੈ, ਫਿਲਿੰਗ ਦ ਬਲੈਂਕ ਵਿਦ ਦ ਅਪਰੋਪਰੀਏਟ ਟੈਂਸ। ਹਮੇਸ਼ਾ ਕਹਿੰਦਾ ਜੀ ਵੀ ਟੈਂਸ ਦੇ ਵਿੱਚੋਂ ਕੁਐਸਚਨ ਪੁੱਛੂਗਾ ਹੀ ਪੁੱਛੂਗਾ, ਤਾਂ ਟੈਂਸ ਦੇ ਵਿੱਚੋਂ ਕੁਐਸਚਨ ਉਹਨਾਂ ਨੇ ਪੁੱਛ ਲਿਆ। ਪਹਿਲਾ ਸੈਂਟੈਂਸ ਜਿਹੜਾ ਹੈਗਾ ਜੀ, ਆਈ ਬਲੈਂਕ ਦਿਸ ਫ੍ਰੈਗਨੈਂਸ ਵੈਰੀ ਮਚ। ਜਿਹੜਾ ਫ੍ਰੈਗਨੈਂਸ ਵਰਡ ਹੈ ਇਟ ਇਜ਼ ਅ ਫੇਅਰਲੀ ਪੋਜ਼ੀਟਿਵ ਵਰਡ, ਇੱਕ ਪੋਜ਼ੀਟਿਵ ਕੰਟੈਕਸਟ ਦੇ ਵਿੱਚ ਯੂਜ਼ ਹੁੰਦਾ ਹੈ। ਅਗਰ ਮੈਂ ਸਮੈਲ ਵਰਡ ਦੀ ਗੱਲ ਕਰਾਂ ਤਾਂ ਉਹ ਨਿਊਟਰਲ ਕਹਿ ਲਓ ਜਾਂ ਨੈਗੇਟਿਵ ਕੰਟੈਕਸਟ ਦੇ ਵਿੱਚ ਗੱਲ ਕਰਦੇ ਹਾਂ ਉਹਦੀ ਜ਼ਿਆਦਾਤਰ, ਤਾਂ ਉਹ ਪੋਜ਼ੀਟਿਵ ਕੰਟੈਕਸਟ ਦੇ ਵਿੱਚ ਘੱਟ ਯੂਜ਼ ਹੁੰਦਾ, ਨਾ ਮਾਤਰ ਯੂਜ਼ ਹੁੰਦਾ ਜੀ। ਵਾਪਸ ਆਉਂਦੇ ਕੁਐਸਚਨ ਤੇ, ਐਮ ਲਾਈਕਿੰਗ, ਲਾਈਕ, ਹੈਵ ਲਾਈਕਡ ਐਂਡ ਲਾਈਕਸ। ਹੁਣ ਆਈ ਦੇ ਨਾਲ ਲਾਈਕਸ ਤਾਂ ਬਿਲਕੁਲ ਨਹੀਂ ਆ ਸਕਦਾ ਜੀ, ਕਾਟਾ ਮਾਰ ਦਿਓ। ਹੁਣ ਉਰੇ ਕੀ ਲਿਖਿਆ, ਐਮ ਲਾਈਕਿੰਗ। ਐਮ ਲਾਈਕਿੰਗ ਦਾ ਮਤਲਬ ਕੰਟੀਨਿਊਸ ਟੈਂਸ। ਹੁਣ ਜਿਹੜਾ ਲਾਈਕ ਵਰਬ ਹੈ ਜੀ, ਲਾਈਕ ਵਰਬ ਕਿਸੇ ਮੋਸ਼ਨ ਨੂੰ ਰੈਫਰ ਕਰਦਾ ਹੈ ਜਾਂ ਫਿਰ ਕਿਸੇ ਸਟੇਟ ਨੂੰ ਰੈਫਰ ਕਰਦਾ ਹੈ। ਜਿਵੇਂ ਮੈਂ ਰੋਟੀ ਖਾ ਰਿਹਾ, ਆਈ ਐਮ ਈਟਿੰਗ, ਈਟ ਵਰਬ ਲਿਖੀ ਮੈਂ। ਜਿਹੜਾ ਈਟ ਵਰਬ ਹੈ ਇਹ ਤਾਂ ਇੱਕ ਮੋਸ਼ਨ ਨੂੰ ਰੈਫਰ ਕਰ ਰਿਹਾ ਹੈ। ਐਂ ਵੀ ਹੋ ਸਕਦਾ ਵੀ ਮੈਂ 5 ਰੋਟੀਆਂ ਖਾ ਰਿਹਾ, ਵਿੱਚੋਂ ਮੈਂ 2 ਖਾ ਲਾਂ, ਵਿੱਚੋਂ ਛੱਡ ਦਾਂ, ਕਿਉਂਕਿ ਉਹ ਮੋਸ਼ਨ ਦੇ ਵਿੱਚ ਹੈ, ਉਹ ਟਾਈਮ ਕੰਜ਼ਿਊਮਿੰਗ ਐਕਸ਼ਨ ਹੈ। ਮੈਂ ਵਿਚਾਲੋ ਇਨਕੰਪਲੀਸ਼ਨ ਮੋਡ ਤੋਂ ਵੀ ਇਨਕੰਪਲੀਸ਼ਨ ਵੀ ਕਰ ਸਕਦਾ, ਮਤਲਬ ਇਨਕੰਪਲੀਟ ਵੀ ਹੋ ਸਕਦੀ ਹੈ, ਸਟੇਟ ਇਨਕੰਪਲੀਟ ਵੀ ਹੋ ਸਕਦੀ ਹੈ। ਲੇਕਿਨ ਮੈਂ ਕਿਸੇ ਨੂੰ ਪਸੰਦ ਕਰਦਾ, ਇਹ ਹੋ ਸਕਦਾ ਵੀ ਮੈਂ 20% ਪਸੰਦ ਕਰ ਲਿਆ, 80% ਕੱਲ੍ਹ ਨੂੰ ਕਰ ਲੂੰ। ਕਦੇ ਇਹ ਪੋਸੀਬਲ ਹੈ? ਇਹ ਪੋਸੀਬਲ ਨਹੀਂ ਹੈ ਜੀ। ਤਾਂ ਇਸ ਕਰਕੇ ਜਿਹੜਾ ਇਹ ਵਰਬ ਹੈ ਜੀ, ਇਹ ਕਿਸੇ ਡਾਇਨਾਮਿਕ ਮੋਸ਼ਨ ਨੂੰ ਨਹੀਂ ਬਲਕਿ ਸਟੇਟ ਨੂੰ ਰੈਫਰ ਕਰਦਾ। ਜਾਂ ਤਾਂ ਉਹ ਐਗਜ਼ਿਸਟ ਕਰੂਗਾ ਜਾਂ ਫਿਰ ਐਗਜ਼ਿਸਟ ਨਹੀਂ ਕਰੂਗਾ, ਜਾਂ ਤਾਂ ਉਹ ਲਾਈਕ ਕਰੂਗਾ ਜਾਂ ਫਿਰ ਨਹੀਂ ਕਰੂਗਾ। ਤਾਂ ਇਸ ਕਰਕੇ ਉਹ ਕੰਟੀਨਿਊਟੀ ਦੇ ਵਿੱਚ ਜਾ ਹੀ ਨਹੀਂ ਸਕਦਾ। ਅਗਰ ਕੰਟੀਨਿਊਟੀ ਦੇ ਵਿੱਚ ਨਹੀਂ ਜਾ ਸਕਦਾ, ਦੈਟ ਇਜ਼ ਵਾਈ ਇਟ ਇਜ਼ ਅ ਸਟੇਟਿਵ ਵਰਬ। ਅਗਰ ਇਹ ਸਟੇਟਿਵ ਵਰਬ ਹੈ ਤਾਂ ਇਹ ਹਟਾ ਦਿਓ। ਹੁਣ ਬਚਿਆ ਬੀ ਆਪਸ਼ਨ ਤੇ ਸੀ ਆਪਸ਼ਨ। ਜਿਹੜਾ ਸੀ ਆਪਸ਼ਨ ਹੈ ਕਿਹਨੂੰ ਸ਼ੋ ਕਰਦਾ ਜੀ, ਕੰਪਲੀਸ਼ਨ ਨੂੰ। ਹੁਣ ਇਹਦੇ ਕੰਪਲੀਸ਼ਨ ਦਾ ਮਤਲਬ ਤਾਂ ਇਹ ਹੋ ਗਿਆ ਕਿ ਮੈਂ ਫ੍ਰੈਗਨੈਂਸ ਲਾਈਕ ਕਰ ਚੁੱਕਿਆ। ਕੀ ਇਹਦਾ ਮਤਲਬ ਇਹ ਹੈ? ਜਾਂ ਫਿਰ ਇੱਕ ਜਨਰਲੀ ਗੱਲ ਕਰਦਾ ਕਿ ਮੈਨੂੰ ਇਹ ਫ੍ਰੈਗਨੈਂਸ ਪਸੰਦ ਹੈ, ਤਾਂ ਜਨਰਲ ਗੱਲ ਕਰ ਰਿਹਾ, ਤਾਂ ਕਿਸੇ ਕੰਪਲੀਸ਼ਨ ਦੀ ਗੱਲ ਨਹੀਂ ਕਰ ਰਿਹਾ। ਤਾਂ ਇਸ ਕਰਕੇ ਇਹ ਵੀ ਗਲਤ ਹੋ ਗਿਆ। ਤਾਂ ਸਹੀ ਆਨਸਰ ਕੀ ਹੈ ਜੀ, ਬੀ, ਇੰਡੈਫੀਨਿਟ ਟੈਂਸ। ਸੈਕਿੰਡ ਕੁਐਸਚਨ ਹੈ, ਦ ਪਿਊਪਿਲ ਬਲੈਂਕ ਦ ਪ੍ਰੋਬਲਮਸ ਬਿਫੋਰ ਦ ਟੀਚਰ ਅਰਾਈਵਡ। ਪਿਊਪਿਲ ਕੀ ਹੁੰਦਾ ਜੀ? ਕੋਈ ਵੀ ਇਹੋ ਜਿਹਾ ਇਨਸਾਨ ਹੂ ਇਜ਼ ਅ ਲਰਨਰ, ਹੈ ਨਾ। ਤਾਂ ਲਰਨਰ ਨੂੰ ਪਿਊਪਿਲ ਕਿਹਾ ਜਾਂਦਾ। ਤਾਂ ਸਪੈਸ਼ਲੀ ਚਿਲਡਰਨ ਇਨ ਸਕੂਲ ਜਿਹੜੇ ਸਿੱਖ ਰਹੇ ਨੇ ਉਹਨਾਂ ਨੂੰ ਪਿਊਪਿਲ ਕਿਹਾ ਜਾਂਦਾ ਜੀ। ਤੇ ਉਹ ਕੀ ਕਹਿ ਰਿਹਾ ਵੀ ਉਹਨਾਂ ਨੇ ਪਹਿਲਾਂ ਹੀ, ਜਵਾਕਾਂ ਨੇ ਪਹਿਲਾਂ ਹੀ ਪ੍ਰੋਬਲਮ ਸੋਲਵ ਕਰ ਦਿੱਤੀ ਟੀਚਰ ਦੇ ਆਉਣ ਤੋਂ ਪਹਿਲਾਂ। ਹੁਣ ਟੀਚਰ ਕਿਸ ਟਾਈਮ ਤੇ ਪਹੁੰਚਿਆ? ਪਾਸਟ ਦੇ ਕਿਸੇ ਪੁਆਇੰਟ ਤੇ ਪਹੁੰਚਿਆ। ਜਿਸ ਪੁਆਇੰਟ ਤੇ ਟੀਚਰ ਪਹੁੰਚਿਆ ਉਸ ਪੁਆਇੰਟ ਤੇ ਇਹ ਕੰਮ ਪਹਿਲਾਂ ਹੀ ਕੰਪਲੀਟ ਹੋ ਚੁੱਕਿਆ ਸੀ, ਉਹਦੇ ਆਉਣ ਤੋਂ ਪਹਿਲਾਂ। ਤੇ ਇਹਦਾ ਮਤਲਬ ਕੰਪਲੀਸ਼ਨ ਦੀ ਗੱਲ ਕਰ ਰਹੇ ਹਾਂ। ਤਾਂ ਕੰਪਲੀਸ਼ਨ ਦਾ ਮਤਲਬ ਕੀ ਹੈ? ਪਰਫੈਕਟ ਟੈਂਸ। ਅਗਰ ਪਰਫੈਕਟ ਟੈਂਸ ਆਊਗਾ ਇਹ ਵੀ ਹਟਾ ਦਿਓ, ਇਹ ਵੀ ਹਟਾ ਦਿਓ। ਹੁਣ ਇਹ ਜਿਹੜਾ ਕੰਪਲੀਸ਼ਨ ਹੈ ਕਿਹਦੇ ਰਿਸਪੈਕਟ ਦੇ ਵਿੱਚ ਹੈ? ਪਾਸਟ ਦੇ ਰਿਸਪੈਕਟ ਦੇ ਵਿੱਚ ਹੈ ਜਾਂ ਪ੍ਰੈਜ਼ੈਂਟ ਦੇ ਰਿਸਪੈਕਟ ਦੇ ਵਿੱਚ ਹੈ? ਪਾਸਟ ਦੇ ਨਾ। ਜਿਸ ਪੁਆਇੰਟ ਤੇ ਟੀਚਰ ਆਇਆ ਉਸ ਪੁਆਇੰਟ ਤੋਂ ਪਹਿਲਾਂ ਇਹ ਕੰਮ ਹੋ ਗਿਆ। ਤਾਂ ਉਸ ਪੁਆਇੰਟ ਜਿਹੜਾ ਜਿਹਦੇ ਪੁਆਇੰਟ ਨਾਲ ਆਪਾਂ ਰਿਲੇਟ ਕਰ ਰਹੇ ਹਾਂ ਕੰਪਲੀਸ਼ਨ ਨੂੰ, ਉਹ ਪੁਆਇੰਟ ਕਿਹੜਾ ਜੀ? ਪਾਸਟ ਦਾ। ਤਾਂ ਇਸ ਕਰਕੇ ਪਾਸਟ ਪਰਫੈਕਟ ਆ ਜਾਊਗਾ। ਇਸ ਕਰਕੇ ਸੀ ਇਜ਼ ਦਾ ਕਰੈਕਟ ਆਂਸਰ। ਦ ਪੀਪਲ ਹੈਡ ਸੋਲਵਡ ਦ ਪ੍ਰੋਬਲਮ ਬਿਫੋਰ ਦ ਟੀਚਰ ਅਰਾਈਵਡ। ਨੈਕਸਟ ਕੁਐਸਚਨ, ਕੰਪਲੀਟ ਦ ਸੈਂਟੈਂਸ ਯੂਜ਼ਿੰਗ ਦ ਮੋਸਟ ਅਪਰੋਪਰੀਏਟ ਆਪਸ਼ਨ ਗਿਵਨ ਬਿਲੋ। ਦ ਮੂਵੀ ਸਟਾਰ ਆਲਵੇਜ਼ ਅਰਾਈਵਡ ਐਟ ਪਬਲਿਕ ਬਲੈਂਕ ਵਿਦ ਐਨ ਬਲੈਂਕ। ਹੁਣ ਜਿਹੜਾ ਮੂਵੀ ਸਟਾਰ ਹੈ ਜੀ, ਉਹ ਪਬਲਿਕ ਇਵੈਂਟ, ਪਬਲਿਕ ਐਕਸ਼ਨ, ਪਬਲਿਕ ਫੰਕਸ਼ਨ, ਪਬਲਿਕ ਏਜੰਸੀ, ਇਹ 4 ਆਪਸ਼ਨ ਦਿੱਤੇ ਹੋਏ ਨੇ। ਉਸ ਤੋਂ ਬਾਅਦ ਫਿਰ ਬਲੈਂਕ ਦਿੱਤੀ ਹੋਈ ਹੈ, ਫਿਰ ਇੱਕ ਆਪਸ਼ਨ ਦਿੱਤਾ ਹੋਇਆ। ਤਾਂ ਆਪਾਂ ਦੇਖਣਾ ਵੀ ਕਿਹੜਾ ਆਨਸਰ ਇਹ 'ਚ ਸਹੀ ਬੈਠੂਗਾ। ਪਹਿਲੇ ਤੇ ਆ ਜਾਓ, ਅਰਾਈਵਡ ਐਟ ਪਬਲਿਕ ਐਕਸ਼ਨ। ਕੀ ਉਹ ਐਕਸ਼ਨ ਦੇ ਪਹੁੰਚਦਾ? ਕੀ ਕੋਈ ਇਨਸਾਨ ਐਕਸ਼ਨ ਦੇ ਪਹੁੰਚ ਸਕਦਾ? ਨਹੀਂ ਪਹੁੰਚ ਸਕਦਾ, ਚਲੋ ਤੋਂ ਹਟਾ ਦਿਓ। ਦੂਸਰਾ, ਵੈਸੇ ਆਪਾਂ ਮੈਂ ਤੁਹਾਨੂੰ ਦੱਸਾਂ, ਵਿਦ ਐਨ ਐਮੀਸਰੀ। ਐਮੀਸਰੀ ਕੀ ਹੈ ਜੀ? EMISSARY। What is emissary? Emissary is a person who is sent with an official message। ਕੋਈ ਵੀ official government employee ਹੈ ਤੇ ਉਹਦੇ ਥਰੂ ਕੋਈ ਮੈਸੇਜ ਭੇਜ ਰਹੇ ਹੋ ਤੁਸੀਂ ਉਹਨੂੰ, ਮਤਲਬ ਪਬਲਿਕ ਕੰਮ ਤੇ ਹੀ ਭੇਜ ਰਹੇ ਹੋ। ਜਿਵੇਂ ਮੈਂ ਕਹਾਂ ਇੰਡੀਆ ਇਜ਼ ਸੈਂਡਿੰਗ 2 emissaries to UK for this purpose, ਹੈ ਨਾ। ਤਾਂ ਉਹ 2 emissaries ਭੇਜ ਰਹੀ ਹੈ, ਉਹਨਾਂ ਥਰੂ ਕੋਈ ਨਾ ਕੋਈ ਮੈਸੇਜ ਭੇਜ ਰਹੀ ਹੈ official, ਠੀਕ ਹੈ। ਇੱਕ ਹੋਰ ਵਰਡ, ਇਹ ਨਾਊਨ ਹੈ ਵੈਸੇ, ਠੀਕ ਹੈ, ਅਕਾਊਂਟੇਬਲ ਨਾਊਨ ਹੈ। ਇੱਕ ਹੋਰ ਵਰਡ ਵੀ ਹੁੰਦਾ ਮਿਸ਼ਨਰੀ। ਜਿਹੜਾ ਮਿਸ਼ਨਰੀ ਵਰਡ ਹੁੰਦਾ ਇਹਦਾ ਵੀ ਮਤਲਬ ਆਲਮੋਸਟ ਸੇਮ ਜਿਹਾ ਹੀ ਹੈ ਕੁਛ। ਇਹਦਾ ਮਤਲਬ ਹੁੰਦਾ ਕੋਈ ਵੀ ਇੱਕ ਇਹੋ ਜਿਹਾ ਵਿਅਕਤੀ ਜੋ ਕਿਸੇ ਦੂਸਰੇ ਦੇਸ਼ ਜਾਂਦਾ ਆਪਣੇ ਧਰਮ ਨੂੰ ਪ੍ਰਮੋਟ ਕਰਨ।
ਜਿਵੇਂ ਕੋਈ ਕ੍ਰਿਸਚਨ ਚ ਚਲਾ ਗਿਆ, ਚਰਚ ਚੋਂ ਕੋਈ ਦੂਸਰੇ ਦੇਸ਼ ਚਲਾ ਗਿਆ ਹੈ ਨਾ, ਉੱਥੇ ਉਹ ਕ੍ਰਿਸਚੈਨਿਟੀ ਪ੍ਰਮੋਟ ਕਰ ਰਿਹਾ, ਤਾਂ ਜਰਨਲੀ ਇਹ ਜਿਹੜਾ ਵਰਡ ਨੈਗੇਟਿਵ ਵੇ ਨਾਲ ਯੂਜ਼ ਕੀਤਾ ਜਾਂਦਾ। ਉੱਥੇ ਆ ਕੇ ਤੁਸੀਂ ਲੋਕਾਂ ਨੂੰ ਪ੍ਰਸੂਏਡ ਕਰਨ ਦੀ ਕੋਸ਼ਿਸ਼ ਕਰੋ, ਡਿਸੀਵ ਕਰਨ ਦੀ ਕੋਸ਼ਿਸ਼ ਕਰੋ ਕਿ ਸਾਡੇ ਧਰਮ 'ਚ ਨੂੰ ਆਹ ਫੈਸਿਲਿਟੀ ਮਿਲੂਗੀ, ਜਾਂ ਫਿਰ ਇਹ ਧਰਮ 'ਚ ਐਵੇਂ ਹੈ, ਇਹ ਧਰਮ 'ਚ ਐਵੇਂ ਹੈ। ਤਾਂ ਤੁਸੀਂ ਜਦੋਂ ਲੋਕਾਂ ਨਾਲ ਧੋਖਾਧੜੀ ਕਰਕੇ ਕਹਿ ਸਕਦੇ ਹੋ, ਉਹਨੂੰ ਡਿਸੀਵ ਕਰਕੇ ਕਹਿ ਸਕਦੇ ਹੋ, ਉਹਨੂੰ ਕਨਵਿੰਸ ਕਰਦੇ ਹੋ ਵੀ ਤੁਸੀਂ ਸਾਡੇ ਧਰਮ 'ਚ ਆ ਜਾਓ, ਦੈਟ ਪਰਸਨ ਇਜ਼ ਕਾਲਡ ਮਿਸ਼ਨਰੀ ਹੈ ਨਾ। ਤਾਂ ਮਿਸ਼ਨਰੀ ਤਾਂ ਐਮਿਸਰੀ ਦੋਵੇਂ ਸੇਮ ਵਰਡ ਨੇ, ਆਲਮੋਸਟ ਜਾਂਦੇ ਦੂਸਰੇ ਪਲੇਸ 'ਤੇ ਨੇ, ਤਾਂ ਧਿਆਨ ਰੱਖਣਾ ਇਹਨਾਂ ਦੋਵਾਂ ਦਾ। ਤਾਂ ਇਹ ਤਾਂ ਬਿਲਕੁਲ ਨਹੀਂ ਹੋ ਸਕਦਾ। ਅਰਾਈਵਡ ਐਟ ਪਬਲਿਕ ਫੰਕਸ਼ਨ 'ਤੇ ਆ ਸਕਦਾ, ਲੇਕਿਨ ਦੂਸਰੀ ਆਪਸ਼ਨ ਕੀ ਦਿੱਤੀ ਹੈ, ਵਿਦ ਐਨ ਇਨਕਲੇਵ। ਇਨਕਲੇਵ ਕੀ ਹੁੰਦਾ ਜੀ, ਏਰੀਆ। ਹੁਣ ਜਿਵੇਂ ਸਾਡੇ ਸ਼ਹਿਰ ਦੇ ਵਿੱਚ ਇੱਕ ਏਰੀਆ ਏਪੀ ਇਨਕਲੇਵ, ਏਪੀ ਸੋਲਵੈਕਸ ਏਪੀ ਇਨਕਲੇਵ ਕਹਿੰਦੇ ਨੇ, ਤਾਂ ਹੁਣ ਇਨਕਲੇਵ ਦਾ ਏਰੀਆ ਹੋ ਗਿਆ, ਤਾਂ ਇਸ ਕਰਕੇ ਇਹ ਆਪਸ਼ਨ ਨਹੀਂ ਹੋ ਸਕਦਾ, ਇਨਕਲੇਵ ਨਾਲ ਥੋੜੀ ਨਾ ਆਉਂਦੇ ਨੇ। ਤੀਸਰਾ ਆਪਸ਼ਨ ਹੈ ਇਵੈਂਟ ਐਂਡ ਇੰਟਰੇਜ। ਦ ਮੂਵੀ ਸਟਾਰ ਆਲਵੇਜ਼ ਅਰਾਈਵਡ ਐਟ ਪਬਲਿਕ ਇਵੈਂਟ, ਬਿਲਕੁਲ ਇਵੈਂਟ ਤੇ ਆ ਸਕਦੇ ਨੇ ਵਿਦ ਐਨ ਇੰਟਰੇਜ। ਹੁਣ ਇੰਟਰੇਜ ਇੱਕ ਨਾਊਨ ਹੁੰਦਾ ਜੀ, ਇਹ ਕਲੈਕਟਿਵ ਨਾਊਨ ਹੈ। ਜਿਵੇਂ ਮੈਂ ਕਹਾਂ ਉਰੇ 4 ਜੱਜ ਬੈਠੇ ਨੇ, ਇਹਨਾਂ ਦੇ ਗਰੁੱਪ ਨੂੰ ਕੀ ਕਹਿੰਦਾ, ਜੂਰੀ। ਕੀ ਕਹਿੰਦਾ, ਜੂਰੀ। ਉਰੇ ਸੋਲਜਰਸ ਨੇ, ਸੋਲਜਰਸ ਦੇ ਗਰੁੱਪ ਨੂੰ ਕੀ ਕਹਿੰਦਾ, ਆਰਮੀ। ਉਰੇ ਸਟੂਡੈਂਟਸ ਬੈਠੇ ਨੇ, ਸਟੂਡੈਂਟਸ ਦੇ ਗਰੁੱਪ ਨੂੰ ਕੀ ਕਹਿੰਦਾ ਜੀ, ਕਲਾਸ। ਠੀਕ ਹੈ, ਸੇਮ ਵੇ ਜਿਹੜੇ ਲੋਕ, ਜਿਹੜੇ ਇਨਸਾਨ ਕਿਸੇ ਵੀ ਸਟਾਰ ਦੇ, ਕਿਸੇ ਵੀ ਇਨਸਾਨ ਦੇ ਨਾਲ, ਸਟਾਰ ਵਗੈਰਾ ਜਿਵੇਂ ਲਿਖਿਆ ਸਟਾਰ ਦੇ ਨਾਲ ਚੱਲ ਰਹੇ ਨੇ, ਉਹਦੇ ਕਰੂ ਮੈਂਬਰ ਵੀ ਹੋ ਸਕਦੇ ਨੇ, ਉਹਦੇ ਬਾਡੀਗਾਰਡ ਵੀ ਹੋ ਸਕਦੇ ਨੇ, ਉਹਦੇ ਨਾਲ ਕੋਈ ਹੋਰ ਕੋਈ ਵੀ ਪਰਸਨ ਹੋ ਸਕਦਾ ਹੈ ਨਾ, ਤਾਂ ਉਹਦਾ ਕੋਈ ਮੇਕਅਪ ਆਰਟਿਸਟ ਵੀ ਹੋ ਸਕਦਾ, ਕੋਈ ਵੀ ਹੋ ਸਕਦਾ ਹੈ ਨਾ। ਤਾਂ ਉਹ ਜਿਹੜਾ ਗਰੁੱਪ ਹੈ ਹਮੇਸ਼ਾ ਸਟਾਰ ਦੇ ਨਾਲ ਚੱਲਦਾ, ਠੀਕ ਹੈ। ਤਾਂ ਦੈਟ ਗਰੁੱਪ ਇਜ਼ ਨੋਨ ਐਜ਼ ਇੰਟਰੇਜ। ਤਾਂ ਦਿਸ ਇਜ਼ ਆਲਸੋ ਅ ਕਲੈਕਟਿਵ ਨਾਊਨ। ਤਾਂ ਇਹਦੇ ਨਾਲ ਸਿੰਗੂਲਰ ਵਰਬ ਤੇ ਪਲੂਰਲ ਵਰਬ ਦੋਵੇਂ ਲੱਗ ਜਾਂਦੇ ਨੇ। ਜਿਵੇਂ ਇਹ ਸਾਰੇ ਬਿਹੇਵ, ਜਿਵੇਂ ਕਲਾਸ ਹੋ ਗਿਆ, ਜੂਰੀ ਹੋ ਗਿਆ, ਐਕਸੈਕਟਰਾ, ਜਿਵੇਂ ਉਹ ਨਾਊਨ ਬਿਹੇਵ ਕਰਦੇ ਨੇ, ਉਹ ਵੀ ਨਾਊਨ ਬਿਹੇਵ ਕਰਦਾ। ਤਾਂ ਬਿਲਕੁਲ ਸਹੀ ਗੱਲ ਹੈ ਕਿ ਸਟਾਰ ਜਿਹੜਾ ਇਵੈਂਟਸ 'ਤੇ ਆਉਂਦਾ ਆਪਣੇ ਇੰਟਰੇਜ ਨਾਲ ਆਉਂਦਾ। ਇੰਟਰੇਜ ਦਾ ਮਤਲਬ ਕਿ ਆਪਣੇ ਗਰੁੱਪ ਨੂੰ ਨਾਲ ਲੈ ਕੇ ਆਉਂਦਾ, ਵੀ ਇਕੱਲਾ ਥੋੜੀ ਆਊਗਾ। ਅਗਲਾ ਆਪਸ਼ਨ ਹੋ ਨਹੀਂ ਸਕਦਾ, ਏਜੰਸੀ ਦੇ ਇੰਟਰਵਿਊ ਕਾਟਾ ਮਾਰ ਦਿਓ ਜੀ। ਨੈਕਸਟ ਆਪਸ਼ਨ ਆ ਜਾਓ ਜੀ, ਠੀਕ ਹੈ, ਟੂ ਫੇਵਰ ਵਨਸ ਓਨ ਰਿਲੇਟਿਵਸ। ਹੁਣ ਬਈ ਬਚਪਨ ਤੋਂ ਪੜ੍ਹਦੇ ਆ ਰਹੇ ਯਾਰ, ਇਹ ਤਾਂ ਬਹੁਤ ਈਜ਼ੀ ਹੈ ਕਿ ਆਪਣੀ ਰਿਸ਼ਤੇਦਾਰੀ ਦੀ ਹੈਲਪ ਕਰਨਾ, ਜੌਬ ਦੇ ਵਿੱਚ ਹੈਲਪ ਦੁਆਰਾ, ਦੈਟ ਇਜ਼ ਕਾਲਡ ਨੈਪੋਟਿਜ਼ਮ। ਤਾਂ ਨੈਪੋਟਿਜ਼ਮ ਦੇਖੋ, ਏ ਇਜ਼ ਅ ਕਰੈਕਟ ਆਂਸਰ, ਠੀਕ ਹੈ। ਨਾਓ ਵਾਟ ਇਜ਼ ਅਨਾਰਕੋਨਿਜ਼ਮ? ਅਨਾਰਕੋਨਿਜ਼ਮ ਦਾ ਮਤਲਬ ਹੁੰਦਾ ਹੈ ਵੀ ਸਮਥਿੰਗ ਦੈਟ ਇਜ਼ ਰਿਲੇਟਡ ਟੂ ਪਾਸਟ, ਨਾਟ ਦਾ ਪ੍ਰੈਜ਼ੈਂਟ। ਜਿਵੇਂ ਤੁਸੀਂ ਕਿਸੇ ਸਕੂਲ ਸਕਾਲ ਚਲੇ ਗਏ, ਕੋਈ ਬਿਲਡਿੰਗ ਦੇਖੀ, ਤਾਂ ਤੁਸੀਂ ਕਹੋ ਦਿਸ ਇਜ਼ ਜਸਟ ਐਨ ਅਨਾਰਕਿਜ਼ਮ ਹੈ ਨਾ, ਅਨਾਰਕੀ ਹੈ ਨਾ। ਤਾਂ ਹੁਣ ਉਹਦਾ ਮਤਲਬ ਕੀ ਹੈ ਜੀ, ਕਿ ਉਹ ਪਾਸਟ ਨੂੰ ਦੇਖਣ 'ਚ ਤੁਹਾਨੂੰ ਪਾਸਟ ਲੱਗ ਰਿਹਾ, ਪ੍ਰੈਜ਼ੈਂਟ ਮਾਡਰਨ ਨਹੀਂ ਲੱਗ ਰਿਹਾ। ਤਾਂ ਤੁਸੀਂ ਉਸ ਤਰੀਕੇ ਨਾਲ ਵੀ ਕਹਿ ਸਕਦੇ ਹੋ ਹੈ ਨਾ। ਤਾਂ ਫਿਲਮ ਦੇ ਵਿੱਚ ਕੁਝ ਹੈ ਜੇ ਈਵੈਂਟਸ ਨੇ ਹੈ ਨਾ, ਜੋ ਪਾਸਟ ਨੂੰ ਬਿਲੋਂਗ ਕਰਦੇ ਨੇ, ਤਾਂ ਉੱਥੇ ਤੁਸੀਂ ਅਨਾਰਕਿਜ਼ਮ ਵਰਡ ਯੂਜ਼ ਕਰ ਸਕਦੇ ਹੋ, ਇਸ ਤਰੀਕੇ ਨਾਲ ਯੂਜ਼ ਕਰ ਸਕਦੇ ਹੋ। ਜਿਹੜਾ ਪਗਨੇਸ਼ੀਅਸ ਹੈ, ਇਹਦਾ ਵਰਡ ਤੁਹਾਨੂੰ ਕਰਾਇਆ ਵੀ ਹੋਇਆ ਜੀ। ਪਗਨੇਸ਼ੀਅਸ ਦਾ ਮਤਲਬ ਕੀ ਹੁੰਦਾ ਹੈ, ਪਗਨੇਸਿਟੀ ਮਤਲਬ ਹੁੰਦਾ ਨਾਊਨ, ਤੇ ਪਗਨੇਸ਼ੀਅਸ ਹੁੰਦਾ ਹੈ ਐਡਜੈਕਟਿਵ, ਠੀਕ ਹੈ। CIOUS, OUS ਵਾਲੇ ਵਰਡ ਜਿਹੜੇ ਹੁੰਦੇ ਨੇ ਐਡਜੈਕਟਿਵ ਹੁੰਦੇ ਨੇ। ਚੰਗੀ ਤਰ੍ਹਾਂ ਇਹ ਵਰਡ ਕਰਾਇਆ ਹੋਇਆ। ਜਿਵੇਂ ਮੈਂ ਕਹਾਂ ਕਿ ਜਿਹੜਾ ਰਾਮੂ ਹੈ ਜੀ ਪਗਨੇਸ਼ੀਅਸ ਹੈ, ਤੇ ਇਹਦਾ ਮਤਲਬ ਕਿ ਹਮੇਸ਼ਾ ਤੱਤਾ ਲੈਂਦਾ ਲੜਨ ਵਾਸਤੇ, ਠੀਕ ਹੈ। ਤਾਂ ਦੈਟ ਇਜ਼ ਕਾਲਡ ਪਗਨੇਸ਼ੀਅਸ। ਨੈਕਸਟ ਇਜ਼ ਰੈਫਰੈਂਡਮ। ਰੈਫਰੈਂਡਮ ਕੀ ਹੁੰਦਾ ਜੀ, ਜਿਹੜੀ ਜਨਰਲ ਵੋਟ ਹੈ ਨਾ, ਕਿਸੇ ਮੁੱਦੇ ਉੱਤੇ ਕੋਈ ਵੋਟ ਪਵਾਈ ਜਾ ਰਹੀ ਹੈ ਵੀ ਹਾਂ ਸਾਰੇ ਮਿਲ ਕੇ ਆਪਾਂ ਵੋਟ ਕਰਦੇ ਹਾਂ ਵੀ ਹਾਂ ਦੱਸੋ ਵੀ ਇਹ ਕੰਮ ਕਰਨਾ ਹੈ ਨਹੀਂ ਕਰਨਾ, ਠੀਕ ਹੈ। ਇੱਕ ਹੋਰ ਵਰਡ ਹੁੰਦਾ ਪੈਲਬੀਸਾਈਟ, ਠੀਕ ਹੈ। ਤਾਂ ਪੈਲਬੀਸਾਈਟ ਕੀ ਹੁੰਦਾ ਜੀ, ਇਹ ਡਾਇਰੈਕਟ ਵੋਟ ਹੁੰਦੀ ਹੈ, ਉਹ ਜਨਰਲ ਵੋਟ ਹੁੰਦੀ ਹੈ, ਬਸ ਇੰਨਾ ਕੁ ਫਰਕ ਹੁੰਦਾ। ਜਿਵੇਂ ਕਨਸਟੀਟਿਊਸ਼ਨ ਦੇ ਵਿੱਚ ਹੈ ਨਾ, ਉੱਥੇ ਬੈਠੇ ਨੇ ਲੋਅਰ ਹਾਊਸ, ਅਪਰ ਹਾਊਸ ਦੇ ਵਿੱਚ ਲੋਕ ਬੈਠੇ ਨੇ, ਜਾਂ ਫਿਰ ਇੱਕ ਦੂਸਰੇ ਦੇ ਸਾਹਮਣੇ ਬੈਠੇ ਨੇ। ਅਗਰ ਜਨਰਲ ਵੋਟ ਹੋ ਰਹੀ ਹੈ ਤਾਂ ਰੈਫਰੈਂਡਮ ਹੈ ਜੀ, ਡਾਇਰੈਕਟ ਵੋਟ ਹੋ ਰਹੀ ਹੈ ਤਾਂ ਪੈਲਬੀਸਾਈਟ ਹੈ। ਇਹ ਤੁਸੀਂ ਕਿਤੇ ਨਾ ਕਿਤੇ ਪੜ੍ਹਿਆ ਹੋਊਗਾ। ਅੱਗੇ ਚੱਲਦੇ ਹਾਂ। ਚੇਂਜ ਦਾ ਫਲੋਇੰਗ ਦ ਸੈਂਟੈਂਸ ਫਰੋਮ ਡਾਇਰੈਕਟ ਸਪੀਚ ਟੂ ਇਨਡਾਇਰੈਕਟ ਸਪੀਚ ਹੈ ਨਾ। ਇਹ ਡਾਇਰੈਕਟ ਇਨਡਾਇਰੈਕਟ ਆ ਗਿਆ ਜੀ। ਦ ਜੱਜ ਸੈਡ ਹੈਂਗ ਦ ਕ੍ਰਿਮੀਨਲ। ਹੁਣ ਜੱਜ ਨੇ ਬਈ ਫੈਸਲਾ ਸੁਣਾਤਾ ਵੀ ਇਹਨੂੰ ਲਟਕਾ ਦਿਓ ਹੈ ਨਾ, ਕਨਵਿਕਟ ਕਰਤਾ, ਠੀਕ ਹੈ। ਕਨਵਿਕਟ ਦਾ ਮਤਲਬ ਹੁੰਦਾ ਸਜ਼ਾ ਸੁਣਾਣੀ। ਇਕਵਿਟ ਦਾ ਮਤਲਬ ਕੀ ਹੁੰਦਾ, ਬਲੀ ਕਰਨਾ। ਐਬਜ਼ੋਲਵ ਦਾ ਮਤਲਬ ਵੀ ਕੀ ਹੁੰਦਾ, ਬਲੀ ਕਰਨਾ। ਐਬਜ਼ੋਲਵ ਦੇ ਨਾਲ ਆਫ ਤੇ ਫਰੋਮ ਦੋਵੇਂ ਲੱਗ ਜਾਂਦੇ ਨੇ ਜੀ। ਤਾਂ ਇਹ ਪੇਪਰ 'ਚ ਆ ਰਹੇ ਨੇ ਅੱਜ ਕੱਲ੍ਹ ਵਰਡ, ਮੈਂ ਤੁਹਾਨੂੰ ਤਾਂ ਕਰਾ ਰਿਹਾ, ਠੀਕ ਹੈ। ਤਾਂ ਇਹਨਾਂ ਦੋਵਾਂ ਦੇ ਨਾਲ ਆਫ ਹੀ ਲੱਗਦਾ, ਠੀਕ ਹੈ। ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ। ਤਾਂ ਹੁਣ ਤੁਸੀਂ ਦੇਖੋ ਉਹਨੇ ਕੀ ਕਿਹਾ, ਜੱਜ ਨੇ ਆਸਕ ਕੀਤਾ, ਆਰਡਰ ਕੀਤਾ, ਐਡਵਾਈਸ ਕੀਤਾ। ਐਡਵਾਈਸ ਤਾਂ ਕੀਤਾ ਨਹੀਂ ਨਾ, ਉਹਨੇ ਕਿਹਾ, ਠੀਕ ਹੈ। ਆਰਡਰ ਕੀਤਾ। ਹੁਣ ਆਰਡਰ ਕਿਹਨੂੰ ਕੀਤਾ, ਕੀ ਉਹਨੇ ਕ੍ਰਿਮੀਨਲ ਨੂੰ ਆਰਡਰ ਕੀਤਾ? ਨਹੀਂ। ਹੁਣ ਕ੍ਰਿਮੀਨਲ ਨੂੰ ਥੋੜੀ ਆਰਡਰ ਕਰ ਰਿਹਾ, ਉਹਨੇ ਕਿਸੇ ਹੋਰ ਨੂੰ ਆਰਡਰ ਕੀਤਾ। ਕੀ ਕਰਨ ਵਾਸਤੇ? ਹੈਂਗ ਕਰਨ ਵਾਸਤੇ। ਕਿਹਨੂੰ ਹੈਂਗ ਕਰਨਾ? ਕ੍ਰਿਮੀਨਲ ਨੂੰ। ਤਾਂ ਇਸ ਕਰਕੇ ਸੀ ਇਜ਼ ਦਾ ਕਰੈਕਟ ਆਂਸਰ, ਠੀਕ ਹੈ। ਤਾਂ ਇਹ ਚੀਜ਼ ਤਾਂ ਆਰਡਰਡ ਹੈ ਨਾ, ਉਹਨੇ ਸਪੈਸੀਫਿਕ ਕਿਸੇ ਨੂੰ ਕਿਹਨੂੰ ਆਰਡਰ ਕਰ ਰਿਹਾ, ਕਿ ਜਨਤਾ ਨੂੰ ਆਰਡਰ ਕਰ ਰਿਹਾ? ਨਹੀਂ, ਉਹਨੇ ਫੈਸਲਾ ਸੁਣਾਇਆ। ਤਾਂ ਉਹਦੇ ਆਬਜੈਕਟ ਦੀ ਲੋੜ ਨਹੀਂ ਹੈ। ਤਾਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਜਦੋਂ ਵੀ ਹੈ ਨਾ ਆਬਜੈਕਟ ਉਦੋਂ ਲੋੜ ਪੈਂਦੀ ਹੈ ਜਦੋਂ ਕਿ ਕੋਈ ਲੌਜੀਕਲ ਨੀਡ ਹੋਵੇ। ਉੱਥੇ ਕਿਸੇ ਨੇ ਮੈਨੂੰ ਪੁੱਛਿਆ ਕਿ ਭਾਈ ਤੁਸੀਂ ਕੀ ਪੜ੍ਹਾਉਂਦੇ ਹੋ, ਫਿਰ ਤਾਂ ਮੈਨੂੰ ਦੱਸਣਾ ਪਊਗਾ ਕਿ ਆਈ ਟੀਚ ਇੰਗਲਿਸ਼।
ਠੀਕ ਹੈ। ਤਾਂ ਇਹ ਟ੍ਰਾਂਸਟਿਵ ਵਰਬ ਹੋ ਗਈ, ਇਹਦੇ ਕੋਲ ਆਪਣਾ ਆਬਜੈਕਟ ਹੋ ਗਿਆ। ਕਿਸੇ ਨੇ ਮੈਨੂੰ ਪੁੱਛਿਆ ਵੀ ਤੁਸੀਂ ਕੀ ਕਰਦੇ ਹੋ, ਤਾਂ ਕੀ ਮੈਂ ਸਿਰਫ ਇਹਨਾਂ ਨਹੀਂ ਕਹਿ ਸਕਦਾ ਵੀ ਮੈਂ ਪੜ੍ਹਾਉਣਾ, ਇਹਨਾਂ ਵੀ ਤਾਂ ਕਹਿ ਸਕਦਾ। ਉਰੇ ਟ੍ਰਾਂਸਟਿਵ ਵਰਬ ਹੋ ਗਈ, ਤਾਂ ਉਰੇ ਥੋੜੀ ਮੈਂ ਦੱਸੂਗਾ ਇੰਗਲਿਸ਼ ਪੜ੍ਹਾਉਣਾ। ਜਦੋਂ ਪੁੱਛਿਆ ਵੀ ਕੀ ਪੜ੍ਹਾਉਂਦੇ ਹੋ ਫਿਰ ਮੈਨੂੰ ਦੱਸਣ ਦੀ ਲੋੜ ਹੈ। ਹਾਂ ਤੁਸੀਂ ਕਹਿ ਦੋਗੇ ਟੀਚ ਇੰਗਲਿਸ਼, ਉਹ ਗਲਤੀ ਥੋੜੀ ਹੈ, ਗਲਤ ਨਹੀਂ ਹੈ। ਲੇਕਿਨ ਜਦੋਂ ਤੁਹਾਨੂੰ ਪੁੱਛਿਆ ਵੀ ਕਰਦੇ ਕੀ ਹੋ, ਫਿਰ ਮੈਂ ਕਿਹਾ ਵੀ ਮੈਂ ਟੀਚਰ, ਮੈਂ ਪੜ੍ਹਾਉਣਾ, ਆਈ ਟੀਚ, ਇੰਨੀ ਗੱਲ ਖਤਮ ਹੋ ਗਈ। ਤਾਂ ਆਬਜੈਕਟ ਲੌਜੀਕਲ ਹੋਣੇ ਚਾਹੀਦੇ ਨੇ ਹਮੇਸ਼ਾ, ਠੀਕ ਹੈ। ਤੁਸੀਂ ਉਹ ਜਿਹੜਾ ਆਬਜੈਕਟ ਹੈ ਕ੍ਰਿਮੀਨਲ ਨੂੰ ਬਣਾਤਾ ਜਿਹੜੇ ਵੀ ਸਟੂਡੈਂਟ ਨੇ ਟਿਕ ਲਾਇਆ, ਤਾਂ ਇਸ ਕਰਕੇ ਗਲਤ ਹੋ ਗਿਆ ਜੀ, ਠੀਕ ਹੈ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ। ਫਿਰ ਦੁਬਾਰਾ ਦੱਸ ਰਹੇ ਜਿਹੜੇ ਸਟੂਡੈਂਟ 0 ਲੈਵਲ ਤੋਂ ਪੜ੍ਹਨਾ ਚਾਹੁੰਦੇ ਨੇ ਜੀ, ਸਾਡੇ ਤੋਂ ਪੜ੍ਹਨਾ ਚਾਹੁੰਦੇ ਨੇ, ਲੌਜੀਕਲ ਵੇ ਨਾਲ ਪੜ੍ਹਨਾ ਚਾਹੁੰਦੇ ਨੇ, ਬਿਨਾਂ ਰੂਲ ਰੱਟਿਆਂ ਤੋਂ, ਠੀਕ ਹੈ, ਤਾਂ ਮੰਜ਼ਿਲ ਬੈਚ ਸਟਾਰਟ ਕਰ ਦਿਓ ਜੀ, ਬਹੁਤ ਵਧੀਆ ਤਰੀਕੇ ਨਾਲ ਤਿਆਰੀ ਹੋ ਜਾਊਗੀ। ਬਾਕੀ ਤੁਹਾਨੂੰ ਮੈਂ ਬੁੱਕ ਦਾ ਦੱਸਤਾ ਜੀ, ਜਿਹੜੇ ਸਟੂਡੈਂਟ ਕਿਤਾਬ ਖਰੀਦਣਾ ਚਾਹੁੰਦੇ ਨੇ ਤਾਂ ਉਹ ਖਰੀਦ ਸਕਦੇ ਨੇ। ਤਾਂ ਆਫਰ ਵਗੈਰਾ ਤੁਸੀਂ ਵੈਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਹੋ, ਠੀਕ ਹੈ। ਇਹ ਆਫਰ ਲੱਗਿਆ ਹੋਇਆ ਜੀ। ਕੋਈ ਹੋਰ ਸਾਡੀ ਲੋੜ ਹੈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ। ਵੀ ਸ਼ੈਲ ਟਰਾਈ ਟੂ ਹੈਲਪ ਯੂ। ਦਿਸ ਇਜ਼ ਪਿਊਜਨਲ ਸਾਈਨਿੰਗ ਆਫ। ਆਲ ਦ ਬੈਸਟ।